शुरू च मैंने आइट साइड थोड़ी जी वीक ही पर 14 साल की उम्र ਦੇ ਵਿੱਚ ਮੈਨੂੰ ਪੂਰੀ ਤਰ੍ਹਾਂ ਦਿਖਣਾ ਬੰਦ ਹੋ ਮੈਂ ਰੇਡੀਓ ਸਟੇਸ਼ਨ ਚਲਾਨਾ ਇੰਡੀਆ ਦਾ ਪਹਿਲਾ ਆਨਲਾਈਨ ਰੇਡੀਓ ਸਟੇਸ਼ਨ ਜਿਹੜਾ ਡਿਸੇਬਲ ਚਲਾਉਂਦੇ ਨੇ। दोस्तों नमस्कार, आदाब, सत श्री अकाल। मैं दानिश महाजन, प्रोग्राम बदौलता दौर में आपका स्वागत। जिंदगी जिंदा दिली का नाम है, मुर्दे क्या खाक जीते हैं। सरकार ਨੂੰ ਸਾਡੇ ਜੀਵਨ ਨੂੰ ਥੋੜਾ ਸਹਿਯੋਗ ਕਰਨਾ ਚਾਹੀਦਾ। ਸਾਨੂੰ ਕੋਈ ਸਹਾਨੁਭੂਤੀ ਨਹੀਂ ਚਾਹੀਦੀ, ਸਾਨੂੰ ਆਪਣੇ ਰਾਈਟ ਚਾਹੀਦੇ ਆ। ਕਹਿੰਦੇ ਨੇ ਕਿ ਬੰਦੇ ਦੀ ਨਜ਼ਰ ਚਲੀ ਜਾਵੇ ਤੇ ਉਸ ਦਾ ਸਭ ਕੁਝ ਹੀ ਖਤਮ ਹੋ ਜਾਂਦਾ ਹੈ, ਮਗਰ ਪਠਾਨਕੋਟ ਦਾ ਇੱਕ ਨੌਜਵਾਨ ਜਿਸ ਦੀ ਅੱਖਾਂ ਦੀ ਨਜ਼ਰ 14 ਸਾਲ ਦੀ ਉਮਰ ਵਿੱਚ ਚਲੀ ਗਈ ਸੀ, ਮਗਰ ਉਹ ਹੌਸਲਾ ਨਹੀਂ ਹਾਰਿਆ ਤੇ ਆਪਣੀ ਜ਼ਿੰਦਗੀ ਜਿਉਣ ਲਈ ਉਸ ਵੱਲੋਂ ਮੁਸ਼ਕਲਾਂ ਨੂੰ ਹੀ ਤਾਕਤ ਬਣਾ ਲਿੱਤਾ, ਜਿਸ ਦੇ ਚਲਦੇ ਦਾਨਿਸ਼ ਮਹਾਜਨ ਵੱਲੋਂ ਆਪਣੀ ਜ਼ਿੰਦਗੀ ਵਿੱਚ ਪੜ੍ਹ ਲਿਖ ਕੇ ਜਿੱਥੇ ਪੰਜਾਬ ਸਰਕਾਰ ਦੇ ਅਦਾਰੇ ਵਿੱਚ ਨੌਕਰੀ ਕਰ ਰਿਹਾ ਹੈ, ਉੱਥੇ ਹੀ ਉਹ ਆਪਣੇ ਅਫਸਰਾਂ ਦਾ ਚਹੇਤਾ ਵੀ ਬਣਿਆ ਹੋਇਆ ਹੈ। ਸਰਕਾਰੀ ਕੰਮਕਾਜ ਕਰਨ ਦੇ ਬਾਅਦ ਉਹ ਜਦ ਸ਼ਾਮ ਆਪਣੇ ਘਰ ਆਉਂਦਾ ਹੈ ਤਾਂ ਉਸ ਵੱਲੋਂ ਉਡਾਨ ਨਾਮ ਦਾ ਰੇਡੀਓ ਸਟੇਸ਼ਨ ਜਿਸ ਨੂੰ ਉਹ ਘਰ ਤੋਂ ਆਪਰੇਟ ਕਰਦਾ ਹੈ, ਜਿਸ ਦੇ ਚਲਦੇ ਉਹ ਡਿਸੇਬਲ ਲੋਕਾਂ ਨੂੰ ਜਿੱਥੇ ਪੜ੍ਹਾਉਂਦਾ ਹੈ ਉੱਥੇ ਹੀ ਉਹਨਾਂ ਦਾ ਮਨੋਰੰਜਨ ਵੀ ਕਰਦਾ ਹੈ। ਉਸ ਦੇ ਨਾਲ ਹੀ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਵੀ ਰੇਡੀਓ ਸਟੇਸ਼ਨ ਦੇ ਰਾਹੀਂ ਹੀ ਹੱਲ ਕਰਦਾ ਹੈ। ਜਿੱਥੇ ਉਹ ਆਪਣੀ ਜ਼ਿੰਦਗੀ ਤੋਂ ਖੁਸ਼ ਨਜ਼ਰ ਆ ਰਿਹਾ ਹੈ, ਉੱਥੇ ਹੀ ਸਰਕਾਰਾਂ ਦੇ ਖਿਲਾਫ ਪੜਾਸ ਵੀ ਕੱਢਦਾ ਦਿਖਾਈ ਦੇ ਰਿਹਾ ਸੀ। ਉਸ ਵੱਲੋਂ ਕਿਹਾ ਗਿਆ ਕਿ ਸਰਕਾਰਾਂ ਡਿਸੇਬਲ ਲੋਕਾਂ ਦੀ ਮਦਦ ਤੇ ਕਰਦੀ ਹੈ, ਪਰ ਉਹ ਕਾਗਜ਼ਾਂ ਤੱਕ ਹੀ ਸੀਮਤ ਰਹਿ ਜਾਂਦੀਆਂ ਹਨ। ਦਾਨਿਸ਼ ਮਹਾਜਨ ਨੇ ਸਰਕਾਰਾਂ ਤੋਂ ਅਪੀਲ ਕੀਤੀ ਹੈ ਕਿ ਜੋ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਹਨ ਉਹ ਡਿਸੇਬਲ ਲੋਕਾਂ ਤੱਕ ਪੁੱਜਣੀਆਂ ਚਾਹੀਦੀਆਂ ਹਨ, ਤਾਂ ਕਿ ਉਹਨਾਂ ਨੂੰ ਜੋ ਰੋਜ਼ਾਨਾ ਮੁਸ਼ਕਲਾਂ ਆਉਂਦੀਆਂ ਹਨ ਉਹਨਾਂ ਦਾ ਹੱਲ ਹੋ ਸਕੇ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਡੇਲੀ ਟਾਈਮਸ ਪੰਜਾਬੀ ਔਰ ਅਸੀਂ ਇਸ ਵੇਲੇ ਹਲਕਾ ਸੁਜਾਨਪੁਰ ਦੇ ਏਰੀਆ ਛਾਪਰਕੰਡੀ ਦੇ ਵਿੱਚ ਆਏ ਹਾਂ। ਦਾਨਿਸ਼ ਮਹਾਜਨ ਇੱਕ ਸ਼ਖਸੀਅਤ ਜਿਨ੍ਹਾਂ ਨੂੰ ਕਿ 14 ਸਾਲ ਦੀ ਉਮਰ ਦੇ ਵਿੱਚ ਦਿਖਣਾ ਜਿਹੜਾ ਉਹ ਬੰਦ ਹੋ ਗਿਆ ਸੀਗਾ। ਕਾਫੀ ਵੱਡੀਆਂ ਮੱਲਾਂ ਉਹਨਾਂ ਨੇ ਮਾਰੀਆਂ ਹੈਗੀਆਂ। ਗੱਲ ਵੀ ਕਰਾਂਗੇ, ਸਾਡੇ ਨਾਲ ਜੁੜੇ ਵੀ ਪਏ ਨੇ। ਸਵਾਗਤ ਹੈ ਜੀ ਡੇਲੀ ਟਾਈਮਸ ਪੰਜਾਬੀ 'ਚ। ਸਭ ਬਹੁਤ ਬਹੁਤ ਧੰਨਵਾਦ। ਦਾਨਿਸ਼ ਜੀ, ਕੀ ਕਹਿਣਾ, ਤੁਹਾਨੂੰ ਸ਼ੁਰੂ ਤੋਂ ਹੀ ਨਜ਼ਰ ਨਹੀਂ ਆਉਂਦਾ ਸੀ ਜਾਂ ਕਿ ਕੁਝ ਸਮੇਂ ਬਾਅਦ ਕੋਈ ਮੁਸ਼ਕਲ ਆ ਗਈ? ਸ਼ੁਰੂ 'ਚ ਮੈਨੂੰ ਆਈਟ ਸਾਈਡ ਥੋੜੀ ਜਿਹੀ ਵੀਕ ਹੀ ਪਰ 14 ਸਾਲ ਦੀ ਉਮਰ ਦੇ ਵਿੱਚ ਮੈਨੂੰ ਪੂਰੀ ਤਰ੍ਹਾਂ ਦਿਖਣਾ ਬੰਦ ਹੋ ਗਿਆ। ਤੇ ਕੋਈ ਟੈਨਸ਼ਨ ਦੀ ਗੱਲ ਨਹੀਂ ਹੈ। ਇਹ ਮੈਨੂੰ ਲੱਗਦਾ ਹੈ ਕਿ ਆਈ ਐਮ ਵੈਰੀ ਫੋਰਚੂਨੇਟ, ਮਤਲਬ ਮੈਂ ਬਹੁਤ ਲੱਕੀ ਹਾਂ, ਕਿਉਂਕਿ ਉਸ ਤੋਂ 2014 'ਚ ਬਲਾਈਂਡ ਹੋਣ ਤੋਂ ਬਾਅਦ ਮੈਂ ਬਹੁਤ ਕੁਝ ਸਿੱਖਿਆ। ਇੱਕ ਨਵੇਂ ਤਰੀਕੇ ਦੀ ਜ਼ਿੰਦਗੀ ਟਰਾਂਸਫਾਰਮ ਹੋਈ ਹੈ। ਮੈਂ ਰੇਡੀਓ ਸਟੇਸ਼ਨ ਚਲਾਨਾ, ਇੰਡੀਆ ਦਾ ਪਹਿਲਾ ਆਨਲਾਈਨ ਰੇਡੀਓ ਸਟੇਸ਼ਨ ਜਿਹੜਾ ਡਿਸੇਬਲ ਚਲਾਉਂਦੇ ਨੇ, ਇੰਡੀਆ ਬੁੱਕ ਰਿਕਾਰਡ 'ਚ ਨਾਮ ਹੈ। ਮੈਂ ਜ਼ਿੰਦਗੀ ਨੂੰ ਬੜੇ ਪੋਜ਼ੀਟਿਵ ਤਰੀਕੇ ਨਾਲ ਲੈਂਦਾ। ਮੈਂ ਕਹਿੰਦਾ ਸਾਡੀਆਂ ਪ੍ਰੋਬਲਮ ਹਰ ਬੰਦੇ ਨੂੰ, ਕੋਈ ਬੰਦਾ ਇਸ ਦੁਨੀਆ 'ਚ ਨਹੀਂ ਹੈ ਜਿਹਨੂੰ ਪ੍ਰੋਬਲਮ ਨਹੀਂ ਹੈ। ਫਰਕ ਇੰਨਾ ਹੈ ਕਿ ਸਾਡੀਆਂ ਪ੍ਰੋਬਲਮਾਂ ਲੋਕਾਂ ਨੂੰ ਸਾਹਮਣੇ ਦਿਖ ਜਾਂਦੀਆਂ ਅਤੇ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮ ਹੈ ਉਹ ਹਿਡਨ ਹੁੰਦੀਆਂ। ਜ਼ਿੰਦਗੀ ਜ਼ਿੰਦਾ ਦਿਲੀ का नाम है, मुर्दे क्या खाक जीते हैं, है ना। तो ਜ਼ਿੰਦਗੀ ਇੱਕ ਵਾਰ ਮਿਲਣੀ ਹੈ। ਮੈਂ ਕਹਿੰਦਾ ਕਿ ਇਹਨੂੰ ਜੀ ਲਓ। ਜਦੋਂ ਵੀ ਤੁਹਾਡੇ ਕੋਲ ਕੋਈ ਪ੍ਰੋਬਲਮ ਆਉਂਦੀ ਹੈ ਉਹਦੇ 'ਚ ਤੁਹਾਡੇ ਕੋਲ ਦੋ ਰਸਤੇ ਹੈ, ਆਈਦਰ ਕਰਾਏ ਔਰ ਟਰਾਏ। ਜਿੰਨੇ ਰੋਣਾ ਉਹਨੇ ਤਾਂ ਫਿਰ ਰੋਈ ਜਾਣਾ, ਉਹਦਾ ਤਾਂ ਕੋਈ ਹੱਲ ਨਹੀਂ ਹੈ। ਜੇ ਉਸ ਪ੍ਰੋਬਲਮ ਨੂੰ ਓਵਰਕਮ ਕਰਨਾ ਹੈ ਫਿਰ ਤੁਹਾਡੇ ਕੋਲ ਟਰਾਈ ਦਾ ਮਾਧਿਅਮ ਹੈ। ਮੈਂ ਉਹਨੂੰ ਚੁਣਿਆ। ਮੈਂ ਆਪਣੀ ਪੜ੍ਹਾਈ ਕੀਤੀ, ਹਾਲੇ ਵੀ ਪੜ੍ਹਦਾ ਰਹਿੰਦਾ। ਮੈਂ ਬਹੁਤ ਕਈ ਕਿਤਾਬਾਂ ਪੜ੍ਹਨਾ, ਮੈਂ ਹਰ ਚੀਜ਼ ਦਾ ਮੈਨੂੰ ਸ਼ੌਂਕ ਹੈ। ਡਿਬੇਟ ਕਰਨਾ, ਡਿਸਕਸ਼ਨ ਕਰਨਾ ਮੈਂ। ਅਤੇ ਆਪਾਂ ਰੇਡੀਓ ਖੋਲ੍ਹਿਆ। ਰੇਡੀਓ ਦੇ ਨਾਲ ਮਕਸਦ ਇਹ ਹੀ ਕਿ 14 ਸਾਲ ਤੋਂ ਬਾਅਦ 4 ਸਾਲ ਮੇਰੇ ਵੇਸਟ ਹੋਏ ਸੀ। ਮੈਂ ਨਹੀਂ ਚਾਹੁੰਦਾ ਕਿ ਇਹ ਹੋਰ ਦੇ ਹੋਣ। ਅਤੇ 18 ਸਾਲ ਦੀ ਉਮਰ 'ਚ ਮੈਂ ਲੁਧਿਆਣੇ ਫਿਰ ਪੜ੍ਹਾਈ ਕੀਤੀ। ਉਸ ਤੋਂ ਬਾਅਦ ਹੁਣ ਜਿਹੜੀ ਪੂਰੀ ਲਾਈਫ ਹੈ ਉਹ ਮੇਰਾ ਪੈਸ਼ਨ ਹੈ। ਮੈਂ ਮਤਲਬ ਇਸ ਸ਼ੋਅ ਦੇ ਮਾਧਿਅਮ 'ਚ ਇਹ ਵੀ ਦੱਸਣਾ, ਮੈਂ ਕੋਈ ਅਹਿਸਾਨ ਨਹੀਂ ਕਰ ਰਿਹਾ। ਜਿੱਦਾਂ ਤੁਸੀਂ ਆਪਣੇ ਪਰਿਵਾਰ ਦੇ ਮੈਂਬਰ ਹੋ, ਜਿੱਦਾਂ ਆਪਣੇ ਪਰਿਵਾਰ ਮੈਂਬਰਾਂ ਦਾ ਤੁਸੀਂ ਧਿਆਨ ਦਿੰਦੇ ਹੋ, ਉਹਦਾ ਦੇਖ ਰੇਖ ਕਰਦੇ, ਉਸੇ ਤਰ੍ਹਾਂ ਡਿਸੇਬਿਲਿਟੀ ਮੇਰਾ ਪਰਿਵਾਰ ਹੈ। ਮੈਂ ਕੋਈ ਅਹਿਸਾਨ ਨਹੀਂ ਕਰ ਰਿਹਾ ਕੁਛ ਕਰਕੇ। ਇਹ ਮੇਰੀ ਜ਼ਿੰਮੇਵਾਰੀ ਹੈ ਜਿਹਨੂੰ ਮੈਂ ਨਿਭਾ ਰਿਹਾ, ਔਰ ਸਭ ਨੂੰ ਨਿਭਾਉਣੀ ਚਾਹੀਦੀ ਹੈ। ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ, ਸਮਝਣਾ ਚਾਹੀਦਾ। ਇਹ ਵਿਚਾਰਗੀ ਦੀ ਜਿਹੜੀ ਲੋਕਾਂ ਦੀ ਹੈ ਨਾ, ਕਿ ਕਿਸੇ ਨੂੰ ਡਿਸੇਬਲ ਦੇਖ ਕੇ ਦੂਰੋਂ ਹੀ ਕਹਿ ਦਿੰਦੇ ਆ ਯਾਰ ਵਿਚਾਰਾ ਕੀ ਕਰਦਾ ਹੋਏਗਾ, ਭਾਵੇਂ ਉਹ ਕਿੱਡਾ ਵੀ ਅਫਸਰ ਲੱਗਿਆ ਹੋਏਗਾ। ਲੋਕਾਂ ਨੂੰ ਸਮਝਣਾ ਚਾਹੀਦਾ ਡਿਸੇਬਿਲਿਟੀ ਕੋਈ ਵਿਚਾਰਗੀ ਨਹੀਂ ਹੈ, ਇੱਕ ਪ੍ਰੋਬਲਮ ਹੈ। ਹੁਣ ਤੁਸੀਂ ਦੇਖੋ ਬੜੇ ਸਾਰੇ ਲੋਕ ਸਮਾਜ ਦੇ ਵਿੱਚ ਆਪਾਂ ਦੇਖਦੇ ਹਾਂ, ਉਹ ਇੱਕ ਨਸ਼ੜੀ ਦੇ ਨਾਲ ਤਾਂ ਆਪਣੀ ਕੁੜੀ ਵਿਆਹ ਨੂੰ ਤਿਆਰ ਹੋ ਜਾਣਗੇ, ਅਨਪੜ੍ਹ ਗਵਾਰ ਨਾਲ, ਪਰ ਇੱਕ ਪੜ੍ਹੇ ਲਿਖੇ ਐਸਟੈਬਲਿਸ਼ਡ ਡਿਸੇਬਲਡ ਨਾਲ ਵਿਆਹ ਨਹੀਂ ਕਰਨਗੇ ਕਿ ਲੋਕ ਕੀ ਕਹਿਣਗੇ। ਅਤੇ ਮਤਲਬ ਬੜਾ ਦੁੱਖ ਲੱਗਦਾ ਕਿ ਲੋਕਾਂ ਦਾ ਨਜ਼ਰੀਆ ਕਿਹੋ ਜਿਹਾ ਹੈ।
ਸਰਕਾਰ ਨੂੰ ਚਾਹੀਦਾ ਅੱਗੇ ਆਉਣਾ ਚਾਹੀਦਾ, ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ, ਜ਼ਿਆਦਾ ਤੋਂ ਜ਼ਿਆਦਾ ਡਿਸੇਬਿਲਿਟੀ ਦੇ ਨਾਲ ਰਿਲੇਟਡ ਪ੍ਰੋਗਰਾਮ ਕਰਵਾਉਣੇ ਚਾਹੀਦੇ ਆ। ਸਾਡੀ ਡਿਸੇਬਲਡ ਭੈਣਾਂ ਲਈ ਕੋਈ ਵੀ ਹੋਸਟਲ ਨਹੀਂ ਹੈ, ਕੋਈ ਵਰਕਿੰਗ ਹੋਸਟਲ ਨਹੀਂ ਹੈ, ਕੋਈ ਪੜ੍ਹਨ ਲਈ ਹੋਸਟਲ ਨਹੀਂ ਹੈ ਜਿੱਥੇ ਉਹ ਅਫੋਰਡੇਬਲ ਪੈਸੇ ਦੇ ਕੇ ਰਹਿ ਸਕਣ। ਪੰਜਾਬ ਦੇ ਵਿੱਚ 1-2 ਸਕੂਲ ਹੈ ਜਿਹੜੇ ਸਰਕਾਰੀ ਹੈ ਬਲਾਈਂਡ ਲਈ, ਅਤੇ ਇੱਕ ਵੀ ਐਡਵਾਂਸ ਟ੍ਰੇਨਿੰਗ ਸੈਂਟਰ ਨਹੀਂ ਹੈ। ਹੁਣ ਸਕਿੱਲ ਡਿਵੈਲਪਮੈਂਟ ਦੀ ਲੋਕ ਬਹੁਤ ਗੱਲ ਕਰਦੇ ਆ, ਕੋਈ ਵੀ ਟ੍ਰੇਨਿੰਗ ਸੈਂਟਰ ਨਹੀਂ ਹੈ। ਪੰਜਾਬ ਦੇ ਲੋਕਾਂ ਨੂੰ ਬਾਹਰ ਜਾਣਾ ਪੈਂਦਾ, ਦਿੱਲੀ ਬੈਂਗਲੌਰ ਪੜ੍ਹਨ ਲਈ, ਅਤੇ ਸਾਰਿਆਂ ਦੀ ਤੁਹਾਨੂੰ ਪਤਾ ਇਕਨੋਮਿਕ ਜਿਹੜੀ ਹਾਲਤ ਆ ਉਹ ਇੰਨੀ ਵਧੀਆ ਨਹੀਂ ਹੁੰਦੀ। ਪੈਨਸ਼ਨ ਸਿਰਫ 1500 ਰੁਪਏ। ਅੱਜ ਦੀ ਡੇਟ 'ਚ ਮਹਿੰਗਾਈ ਦੀ ਰੇਟ ਤੁਸੀਂ ਦੱਸੋ 1500 ਰੁਪਏ ਨਾਲ ਗੁਜ਼ਾਰਾ ਹੋ ਸਕਦਾ? ਸਾਡਾ ਨੌਕਰੀਆਂ 'ਚ ਜਿਹੜਾ ਖਾਲੀ ਪਦ ਹੈ ਉਹਨਾਂ ਨੂੰ ਇਮਾਨਦਾਰੀ ਨਾਲ ਨਹੀਂ ਭਰਿਆ ਜਾਂਦਾ, ਕਿਉਂਕਿ ਸਾਰੇ ਇਹ ਅੰਦਾਜ਼ਾ ਲਾ ਕੇ ਬਹਿ ਗਏ ਕਿ ਇਹ ਪਤਾ ਨਹੀਂ ਇਹਨਾਂ ਨੇ ਕੁਛ ਕਰਨਾ ਜਾਂ ਨਹੀਂ ਕਰਨਾ ਨੌਕਰੀ ਦੇਣ ਤੋਂ ਬਾਅਦ। ਇਹ ਗਲਤ ਹੈ। ਬਲਾਈਂਡ ਵੀ ਉਨਾ ਹੀ ਕੰਮ ਕਰਦੇ ਆ ਜਿੰਨਾ ਦੂਜੇ ਲੋਕ ਕਰਦੇ ਆ, ਲੇਕਿਨ ਉਹਦੇ ਵਿੱਚ ਸਰਕਾਰ ਦੀ ਕਮੀ ਫਿਰ ਸਰਕਾਰ ਦੀ ਹੈ ਕਿ ਤੁਸੀਂ ਬਾਕੀ ਲੋਕਾਂ ਨੂੰ ਟ੍ਰੇਨਿੰਗ ਦਿੰਦੇ ਹੋ, ਡਿਸੇਬਲ ਨੂੰ ਟ੍ਰੇਨਿੰਗ ਨਹੀਂ ਦਿੰਦੇ। ਜਿਹੜੇ ਸਾਡੇ ਬੋਲਣ ਵਾਲੇ ਸੌਫਟਵੇਅਰ ਹੈ ਉਹ ਤੁਸੀਂ ਟਾਈਮ 'ਤੇ ਨਹੀਂ ਦਿੰਦੇ, ਸਾਨੂੰ ਟਾਈਮ 'ਤੇ ਕੰਪਿਊਟਰ ਨਹੀਂ ਦਿੰਦੇ। ਚੀਜ਼ਾਂ ਹੁਣ ਪੇਪਰ ਵਰਕ 'ਤੇ ਅਸੀਂ ਨਹੀਂ ਕਰ ਸਕਦੇ, ਉਹਦੀ ਰਿਪਲੇਸਮੈਂਟ ਔਨਲਾਈਨ ਚੀਜ਼ਾਂ ਕਰਨੀਆਂ ਚਾਹੀਦੀਆਂ। ਅਤੇ ਅਸੀਂ ਵੀ ਮੈਂ ਸਰਕਾਰ ਤੋਂ ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਹੈ ਪੂਰੇ ਇੰਡੀਆ ਦੇ ਵਿੱਚ, ਹਰ ਸਟੇਟ ਦੇ ਵਿੱਚ, ਸੈਂਟਰ 'ਚ ਅਤੇ ਪੰਜਾਬ 'ਚ, ਕਿ ਸਾਡੀਆਂ ਪਾਲਿਸੀਆਂ ਸਾਡੇ ਤੋਂ ਬਿਨਾਂ ਪੁੱਛੇ ਬਣਾਈਆਂ ਜਾਂਦੀਆਂ। ਵਿਧਾਨ ਸਭਾ ਦੇ ਵਿੱਚ 2 ਸੀਟਾਂ ਸਾਡੀਆਂ ਰਿਜ਼ਰਵ ਹੋਣੀਆਂ ਚਾਹੀਦੀਆਂ, ਲੇਕਿਨ ਸਵਾਲ ਹੀ ਨਹੀਂ ਪੈਦਾ ਹੁੰਦਾ, ਇੱਛਾ ਸ਼ਕਤੀ ਨਹੀਂ ਹੈ। ਉਹ ਕਰਨੀਆਂ ਚਾਹੀਦੀਆਂ ਤਾਂ ਕਿ ਅਸੀਂ ਆਪਣੇ ਮੁੱਦੇ 'ਤੇ ਘੱਟੋ ਘੱਟ ਚੁੱਕ ਸਕੀਏ। ਅਤੇ ਸਾਨੂੰ ਤਾਂ ਉਹਦੇ ਤੱਕ ਪਹੁੰਚਣ ਨੂੰ ਹੀ ਅਰਸਾ ਲੱਗ ਜਾਂਦਾ। ਅਤੇ ਸਰਕਾਰ ਨੂੰ ਥੋੜ੍ਹੇ ਹੋਰ ਸੈਂਸਿਟਿਵ ਹੋਣਾ ਚਾਹੀਦਾ। ਜਮੂਨ ਬਲਾਈਂਡ ਲੋਕ ਆਰਾਮ ਨਾਲ ਸਟਿੱਕ ਦੀ ਮਦਦ ਨਾਲ ਘੁੰਮ ਫਿਰ ਲੈਂਦੇ ਆ, ਸੜਕਾਂ 'ਤੇ ਅਵਾਰਾ ਪਸ਼ੂ ਘੁੰਮਦੇ ਰਹਿੰਦੇ ਆ, ਉਹ 'ਚ ਤਾਂ ਦੇਖਣ ਵਾਲੇ ਨੂੰ ਮੁਸ਼ਕਿਲ ਹੋ ਜਾਂਦੀ ਹੈ, ਫਿਰ ਸਾਨੂੰ ਤਾਂ ਮੁਸ਼ਕਿਲ ਹੋਣੀ ਹੈ। ਇਹੋ ਜਿਹੀਆਂ ਚੀਜ਼ਾਂ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਤੁਸੀਂ ਇਹੋ ਜਿਹੀਆਂ ਚੀਜ਼ਾਂ ਕਰੋ ਕਿ ਅਵਾਰਾ ਪਸ਼ੂਆਂ ਨੂੰ ਸੜਕ 'ਤੇ ਨਾ ਰਹਿਣ, ਤਾਂ ਕਿ ਅਸੀਂ ਆਪਣਾ ਆਰਾਮ ਨਾਲ ਘੁੰਮ ਫਿਰ। ਪਹਿਲੇ ਮੈਨੂੰ ਯਾਦ ਹੈ ਅੱਜ ਤੋਂ 10 ਸਾਲ ਪਹਿਲੇ ਮੈਂ ਘੁੰਮ ਲੈਂਦਾ ਸੀ, ਪਰ ਹੁਣ ਇੰਨੇ ਜ਼ਿਆਦਾ ਕੁੱਤੇ ਅਤੇ ਗਾਵਾਂ ਅਵਾਰਾ ਪਸ਼ੂ ਜਿਹੜੇ ਵੱਧ ਗਏ ਨੇ ਕਿ ਸਾਡਾ ਇਕੱਲੇ ਦਾ ਚੱਲਣਾ ਮੁਸ਼ਕਿਲ ਹੋ ਗਿਆ। ਫਿਰ ਕਈ ਜਗ੍ਹਾ ਹੁਣ ਦੇਖੋ ਮੈਟਰੋ ਦੇ ਵਿੱਚੋਂ ਹਰ ਸਟੇਸ਼ਨ ਬੋਲਦੇ ਆ, ਉੱਤੇ ਆਡੀਓ ਸਿਸਟਮ ਲੱਗਿਆ, ਪਰ ਇੱਥੇ ਬੱਸਾਂ 'ਚ ਨਹੀਂ ਹੈ। ਅਤੇ ਸਰਕਾਰ ਨੂੰ ਸਾਡੇ ਜੀਵਨ ਨੂੰ ਥੋੜ੍ਹਾ ਸਹਿਯੋਗ ਕਰਨਾ ਚਾਹੀਦਾ। ਸਾਨੂੰ ਕੋਈ ਸਹਾਨੂਭੂਤੀ ਨਹੀਂ ਚਾਹੀਦੀ, ਸਾਨੂੰ ਆਪਣੇ ਰਾਈਟ ਚਾਹੀਦੇ ਆ। ਸਾਡਾ ਕਾਨੂੰਨ ਹੈ ਜਿਹੜਾ ਉਹਨੂੰ ਤੁਹਾਨੂੰ ਰਾਈਟਸ ਪ੍ਰੋਪਰ ਸਰਕਾਰਾਂ ਵੱਲੋਂ ਨਹੀਂ ਮਿਲ ਰਹੇ, ਪੇਪਰ 'ਤੇ ਮਿਲ ਰਿਹਾ, ਜ਼ਮੀਨ 'ਤੇ ਨਹੀਂ ਮਿਲ ਰਿਹਾ। ਕੀ ਅਪੀਲ ਕੀ ਕਰਨਾ ਚਾਹੋਗੇ? ਸਰਕਾਰ ਜਿਹੜੀਆਂ ਪਾਲਿਸੀਆਂ ਬਣਾਉਂਦੀ ਹੈ ਉਹਨੂੰ ਇੰਪਲੀਮੈਂਟ ਵੀ ਕਰਵਾਏ। ਬਿਲਕੁਲ ਦੇਖਿਆ ਤੁਸੀਂ, ਦਾਨਿਸ਼ ਮਹਾਜਨ ਹੈਗੇ ਨੇ, ਸਰਕਾਰਾਂ ਦੇ ਖਿਲਾਫ ਰੋਜ਼ ਜਤਾ ਰਹੇ ਹੈਗੇ ਨੇ ਵੀ ਜਿਸ ਤਰ੍ਹਾਂ ਸਰਕਾਰਾਂ ਜਿਹੜੇ ਡਿਸੇਬਲ ਲੋਕ ਹੈਗੇ ਨੇ ਉਹਨਾਂ ਦੇ ਲਈ ਕਈ ਤਰ੍ਹਾਂ ਦੇ ਕਾਨੂੰਨ ਬਣਾਉਂਦੀਆਂ ਹੈਗੀਆਂ, ਲੇਕਿਨ ਗਰਾਊਂਡ ਜ਼ੀਰੋ 'ਤੇ ਤੱਕ ਨਹੀਂ ਪਹੁੰਚਦੀਆਂ ਪਈਆਂ ਹੈਗੇ, ਨਹੀਂ ਪਹੁੰਚਦੇ ਹੈਗੇ ਨੇ। ਉਸ ਦੇ ਚਲਦੇ ਉਹਨਾਂ ਦੇ ਜਿਹੜੇ ਮਾਤਾ ਜੀ ਆ, ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਵੀ ਕੀ ਕਹਿਣਾ। ਜਿਸ ਤਰ੍ਹਾਂ ਦਾਨਿਸ਼ ਮਹਾਜਨ ਜਿਹੜੀਆਂ ਕਾਫੀ ਮੱਲਾਂ ਆਪਣੀ ਜ਼ਿੰਦਗੀ ਦੇ ਵਿੱਚ ਮਾਰੇ ਹੈਗੇ, ਨੌਕਰੀ ਕਰਦੇ ਪਏ ਨੇ, ਲੋਕਾਂ ਦੀ ਵੀ ਸੇਵਾ ਕਰਦੇ ਪਏ ਹੈਗੇ ਨੇ, ਇੱਕ ਦ੍ਰਿਸ਼ਟੀ ਹੋਣ ਦੇ ਨਾਤੇ ਉਹ ਕੰਮ ਕਰਦੇ ਪਏ ਨੇ ਜਿਹੜੇ ਲੋਕ ਦੇਖਣ ਦੇ ਬਾਵਜੂਦ ਵੀ ਨਹੀਂ ਕਰ ਪਾਉਂਦੇ। ਉਹਨਾਂ ਦੇ ਮਾਤਾ ਜੀ ਨਾਲ ਵੀ ਗੱਲ ਕਰਨੇ ਆ, ਉਹਨਾਂ ਨੇ ਕੀ ਕਹਿਣਾ ਹੈਗਾ। ਜਿਸ ਤਰ੍ਹਾਂ ਤੁਹਾਡਾ ਬੇਟਾ ਦੇਖ ਨਹੀਂ ਪਾਉਂਦਾ, ਲੇਕਿਨ ਕੰਮ ਔਰ ਮੱਲਾਂ ਜਿਹੜੀਆਂ ਕਾਫੀ ਵੱਡੀਆਂ ਮਾਰਦੇ ਪਏ, ਕੀ ਕਹਿਣਾ? ਬਹੁਤ ਅੱਛਾ ਪ੍ਰਾਊਡ ਹੁੰਦਾ, ਬਹੁਤ ਮਿਹਨਤ ਨਾਲ ਸਭ ਕੰਮ ਕਰ ਰਿਹਾ। ਦੇਖੋ ਕੰਮ ਕਰਦੇ ਪ੍ਰੋਬਲਮ ਤਾਂ ਆਏਗੀ, ਪਰ ਇਹ ਖੁਦ ਹੀ ਸੋਲਵ ਕਰ ਲੈਂਦਾ। ਤੁਹਾਨੂੰ ਕਿਸੇ ਦੀ ਹੈਲਪ ਲੈਣ ਦੀ ਲੋੜ ਨਹੀਂ ਸੀ ਪੈਂਦੀ, ਜ਼ਰੂਰਤ ਨਹੀਂ ਪੈਂਦੀ। ਮੈਨੂੰ ਬਹੁਤ ਪ੍ਰਾਊਡ ਹੁੰਦਾ, ਮੈਨੂੰ ਬਹੁਤ ਅੱਛਾ ਮਹਿਸੂਸ ਹੁੰਦਾ ਕਿ ਮੇਰਾ ਬੱਚਾ ਬਲਾਈਂਡ ਹੋਣ ਦੇ ਬਾਵਜੂਦ ਵੀ ਬਹੁਤ ਅੱਛੇ ਕੰਮ ਕਰ ਰਿਹਾ। ਲੋਕ ਜਦੋਂ ਦੀ ਪ੍ਰਸ਼ੰਸਾ ਕਰਦੇ ਆ ਤਾਂ ਮੈਨੂੰ ਖੁਦ ਪ੍ਰਸ਼ੰਸਾ ਹੁੰਦੀ ਕਿ ਇੱਕ ਬੱਚਾ ਤੁਹਾਡਾ ਇੰਨਾ ਅੱਛਾ ਚੱਲ ਰਿਹਾ। ਕਈ ਬੱਚੇ ਆ ਅੱਡੇ ਨਸ਼ੇ ਕਰਦੇ ਆ, ਉਹ ਕਰਦੇ ਆ, ਗਾਲਿਆਂ ਕੱਢਦੇ ਆ, ਉਹ ਮਾਂ ਪਿਓ ਬਹੁਤ ਦੁਖੀ ਹੁੰਦੇ ਆ। ਉਹ ਮੈਨੂੰ ਆ ਕੇ ਕਹਿੰਦੇ ਸਾਡੇ ਬੱਚਿਆਂ ਨਾਲ ਤਾਂ ਇਹ ਬੱਚਾ ਚੰਗਾ ਜਿਹੜਾ ਕਿ ਤੁਹਾਡਾ ਪੂਰਾ ਪਰਿਵਾਰ ਪਾਲ ਰਿਹਾ, ਕਿਸੇ ਗੱਲ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦਾ। ਜਿਸ ਤਰ੍ਹਾਂ ਦੇਖਿਆ ਕਿ ਜਿਹੜੇ ਡਿਸੇਬਲ ਜਿਹੜੇ ਬੱਚੇ ਹੁੰਦੇ ਨੇ, ਹਾਂਜੀ, ਹੈ ਨਾ, ਉਹਨਾਂ ਨੂੰ ਬੜਾ ਇੱਕ ਸਹਾਨੂਭੂਤੀ, ਇੱਕ ਬੜਾ ਉਸ ਹਿਸਾਬ ਨਾਲ ਦੇਖਿਆ ਜਾਂਦਾ ਹੈ ਨਾ। ਤੇ ਕੀ ਤੁਹਾਡੇ ਬੱਚੇ ਨੂੰ ਵੀ ਇਸ ਤਰ੍ਹਾਂ ਹੀ ਮੈਨੂੰ ਲੱਗਦਾ ਹੈਗਾ ਕਿ ਇਸ ਤਰ੍ਹਾਂ ਦੇਖੇ? ਨਹੀਂ, ਸਾਨੂੰ ਜਦੋਂ ਕਿ ਸਹਾਨੂਭੂਤੀ ਕਰਦਾ ਸਾਨੂੰ ਨਹੀਂ ਅੱਛਾ ਲੱਗਦਾ। ਅਸੀਂ ਕਿਸੇ ਦੀ ਸਹਾਨੂਭੂਤੀ ਨਹੀਂ ਲੈਣਾ ਚਾਹੁੰਦੇ, ਕਿਉਂਕਿ ਉਹ ਖੁਦ ਹੀ ਆਪੇ ਸਾਰਾ ਕੰਮ ਕਰ ਲੈਂਦਾ, ਸਾਨੂੰ ਕਿਸੇ ਦੀ ਸਹਿਮਤੀ ਦੀ ਜ਼ਰੂਰਤ ਨਹੀਂ ਪੈਂਦੀ। ਅਸੀਂ ਕਹਿੰਦੇ ਵੀ ਨਹੀਂ ਕਿ ਸਾਨੂੰ ਕੋਈ ਵਿਚਾਰਾ ਕਵੇ,
ਜਿਸ ਤਰ੍ਹਾਂ ਸਰਕਾਰਾਂ ਡਿਸੇਬਲ ਜਿਹੜੇ ਬੱਚੇ ਹੈਗੇ ਨੇ ਉਹਨਾਂ ਨੂੰ ਪ੍ਰੋਪਰ ਜਿਸ ਤਰ੍ਹਾਂ ਇੱਕ 1500 ਰੁਪਏ ਤੇ ਪੈਨਸ਼ਨ ਹੀ ਲਗਾ ਰੱਖੀ ਹੈ, ਹੋਰ ਕਈ ਸਹੂਲਤਾਂ ਨਹੀਂ ਮਿਲਦੀਆਂ ਹੈਗੀਆਂ। ਪਰ ਉਹ ਮਿਲਣੀਆਂ ਚਾਹੀਦੀਆਂ ਬੱਚਿਆਂ ਨੂੰ ਮਿਲਣਾ ਚਾਹੀਦਾ, ਉਹਨਾਂ ਨੂੰ ਸਹੂਲਤਾਂ ਮਿਲਣਗੀਆਂ ਤੇ ਬੱਚੇ ਖੁਦ ਤਾਂ ਹੀ ਆਪਣਾ ਕੰਮ ਕਰਨਗੇ ਨਾ। ਕਈ ਮਾਂ-ਬਾਪ ਕੋਲ ਇੰਨਾ ਪੈਸਾ ਨਹੀਂ ਹੁੰਦਾ ਕਿ ਉਹ ਆਪਣੇ ਬੱਚਿਆਂ ਦੀਆਂ ਜ਼ਰੂਰਤਾਂ ਮਹਿਸੂਸ ਕਰਨ। ਅਸੀਂ ਤਾਂ ਸਰਕਾਰ ਨੂੰ ਕਹਾਂਗੇ ਕਿ ਜੋ ਡਿਸੇਬਲ ਬੱਚੇ ਆ ਉਹਨਾਂ ਨੂੰ ਪੂਰੀ ਫੈਸਿਲਿਟੀ ਦਿੱਤੀ ਜਾਏ। ਬਿਲਕੁਲ ਦੇਖਿਆ ਤੁਸੀਂ ਇਹ ਦਾਨਿਸ਼ ਮਹਾਜਨ ਦੇ ਜਿਹੜੇ ਮਾਤਾ ਜੀ ਸੀ, ਇਹਨਾਂ ਨੇ ਵੀ ਸਰਕਾਰਾਂ ਤੋਂ ਅਪੀਲ ਕੀਤੀ ਹੈ ਜਿਹੜੇ ਡਿਸੇਬਲ ਜਿਹੜੇ ਬੱਚੇ ਹੈਗੇ ਨੇ ਉਹਨਾਂ ਨੂੰ ਜਿਹੜੀ ਉਹਨਾਂ ਦੀ ਪੁੱਛ ਭਾਲ ਜਿਹੜੀ ਕਰਨੀ ਚਾਹੀਦੀ ਹੈ। ਇਹ ਦਾਨਿਸ਼ ਦੇ ਜਿਹੜੇ ਪਤਨੀ ਹੈਗੇ ਆ ਉਹ ਵੀ जुड़े पे ने। स्वागत है डेली टाइम्स पंजाबी में आपका। थैंक यू सर। क्या कहना चाहोगे, कैसे ज़िंदगी निकल रही है दानिश के साथ? दानिश के साथ मेरी जो लाइफ है बहुत अच्छी निकल रही है। बहुत अच्छे से हम एक दूसरे को समझते हैं और अपनी लाइफ को जी रहे हैं। और शादी के बाद बहुत कम होता है कि पढ़ाई हो पाती है वाइफ की, लेकिन मेरी जो आगे की पढ़ाई है सब दानिश ही करवाते हैं। वो अपने आप ही मेरे कोर्सेज़, कंप्यूटर कोर्सेज़ और जो कॉम्पिटिटिव एग्ज़ाम्स हैं वही फिल करवाते, तो उसी से ही मुझे आज जॉब भी मिली है। तो ये और जो हमारी जो लाइफ है वो बहुत अच्छी चल रही है। हम एक दूसरे को समझते हैं, एक दूसरे की प्रॉब्लम्स को हमने खुद फील करते हैं, तो इसलिए हम समझते हैं, तो हमारी लाइफ अच्छी चल रही है। आम देखा कि लोग जो हैं काफ़ी अलग नज़रिए से देखते हैं जो डिसेबल लोग होते हैं। हाँ जी, पर ये वो अवेयर नहीं है ना इस चीज़ के लिए, तो वो अलग नज़रिया रखते हैं क्योंकि वो सोचते हैं कि अरे ब्लाइंड है तो ठीक है, काम कहाँ से करेगा, बेचारा है कैसे जाएगा इधर। लेकिन उन्हें ये नहीं पता ना कि हम सब काम कर सकते हैं, बस हमें एक्सेसिबिलिटी की ज़रूरत है। हमें जो चीज़ें हैं वो अगर प्रॉपर सही जगह पर मिलेगी तो हम अपने आप अपना काम कर सकते हैं। अगर कोई भी साइटेड पर्सन भी हो, उसी को ही एक जगह से दूसरी चीज़ जो दूसरी जगह पर रख देंगे उसको भी प्रॉब्लम होगी, तो सेम हमारे साथ भी है। लेकिन अगर प्रॉपर जगह पर होगी तो हमें कोई प्रॉब्लम नहीं होती है, हम अपने काम अपने आप कर सकते हैं। हमें ज़रूरत नहीं, हमें डिपेंड रहने की ज़रूरत नहीं है किसी पे। कई मुश्किल डिसेबल लोगों को आती है, सरकार की तरफ से सहूलतें तो दी जाती हैं लेकिन आप तक नहीं पहुंचती हैं, क्या क्या होगा? यही कि जो सरकार पास तो करती है कि ये चीज़ हो गई है, ये सहूलियतें दी जाए, लेकिन बीच में आके वो पेपर ना कहीं खो जाते हैं। मतलब जो मेन बंदा है उसके पास तक आता ही नहीं, वो फाइलें दबती चली जाती है। हमें क्या पता कि क्या चीज़ हो रहा है क्या नहीं, और हम तो सिर्फ अपील ही कर सकते हैं। लेकिन जब आगे कोई हमारी अपील सुनने को ही नहीं होगा तो फिर हमारी फैसिलिटी तो कोई मिलेगी ही नहीं हमें। जैसे 1500 रुपया डिसेबल को पेंशन लगा रखी है, क्या उससे गुजारा हो जाता है उसका? नहीं, बिल्कुल भी नहीं। आज की जितनी महंगाई है 1500 रुपये क्या होता है, कुछ भी नहीं होता। महीने भर तो नहीं निकल सकता ना, क्योंकि हर डिसेबल कोई अच्छी फैमिली से नहीं होता है। क्योंकि कोई मैंने भी खुद ऐसे केसेस देखे हैं कि छोटी छोटी लड़कियां अगर वो ब्लाइंड हो गई तो पेरेंट्स छोड़ देते हैं उनको, तो वो कहाँ से अपना गुजारा करेंगी? उनके पास तो पढ़ने के लिए भी पैसे नहीं, तो वो खाएंगी पिएंगी रहेंगी कहाँ पर? ये चीज़ें तो सोचनी चाहिए। क्या अपील क्या करोगे सरकार से? यही कि जो ब्लाइंड है उनकी जो भी डिसेबिलिटी है, डिसेबल लोग हैं, उनके लिए जो भी उनकी ज़रूरतें हैं उनको पूरा किया जाए, उनकी बातें सुनी जाए कि उनको क्या प्रॉब्लम है। और जो भी कानून पास किए जाते हैं तो उनको डायरेक्ट उन्हीं के या किसी टीवी शो के माध्यम से या न्यूज़ के माध्यम से उनको पहुंचाया जाए, ताकि उनको पता चले कि हमारे लिए स्कीम निकली हुई है। देखिए तुसी ये दानिश ਦੇ ਜਿਹੜੇ ਪਤਨੀ ਹੈਗੇ ਨੇ, ਜਿਸ ਤਰ੍ਹਾਂ ਦਾनिश ਨੇ ਵੀ ਸਰਕਾਰਾਂ ਦੇ ਖਿਲਾਫ ਰੋਸ਼ ਕੀਤਾ ਹੈਗਾ। ਉਹਨਾਂ ਦੇ ਮਾਤਾ ਜੀ ਨੇ ਵੀ ਕਿਹਾ ਹੈਗਾ ਕਿ ਸਾਨੂੰ ਜਿੱਥੇ ਫਖਰ ਮਹਿਸੂਸ ਹੁੰਦਾ ਆਪਣੇ ਬੇਟੇ ਤੇ, ਉੱਥੇ ਸਰਕਾਰਾਂ ਦੇ ਖਿਲਾਫ ਵੀ ਉਹਨਾਂ ਵੱਲੋਂ ਰੋਸ਼ ਕੀਤਾ। ਉਸੇ ਤਰ੍ਹਾਂ ਹੀ ਉਹਨਾਂ ਦੀ ਪਤਨੀ ਵੱਲੋਂ ਵੀ, ਸ਼ਿਲਪਾ ਵੱਲੋਂ ਵੀ ਇਹੀ ਕਿਹਾ ਗਿਆ ਹੈਗਾ ਕਿ ਜਿੰਨੀ ਦੇਰ ਤੱਕ ਸਰਕਾਰਾਂ ਡਿਸੇਬਲ ਲੋਕ ਜਿਹੜੇ ਹੈਗੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਨਹੀਂ ਸਮਝਦੇ, ਉਹਨਾਂ ਤੱਕ ਪਹੁੰਚ ਨਹੀਂ ਕਰਦੇ, ਉਨੀ ਦੇਰ ਤੱਕ ਉਹ ਜ਼ਰੂਰਤਾਂ ਜਿਹੜੀਆਂ ਉਹ ਉਹਨਾਂ ਲੋਕਾਂ ਤੱਕ ਨਹੀਂ ਪਹੁੰਚਦੀਆਂ। ਕਿਉਂਕਿ ਜੋ ਸਰਕਾਰ ਕਾਨੂੰਨ ਜ਼ਰੂਰ ਬਣਾਉਂਦੀ ਹੈ ਡਿਸੇਬਲ ਲੋਕਾਂ ਵਾਸਤੇ, ਲੇਕਿਨ ਉਹ ਰਸਤੇ ਵਿੱਚ ਫਾਈਲਾਂ ਦੇ ਵਿੱਚ ਹੀ ਦਬ ਕੇ ਰਹਿ ਜਾਂਦੇ ਨੇ, ਜਿਸ ਦੇ ਚਲਦੇ ਇਹ ਜਿਹੜੇ ਆ ਡਿਸੇਬਲ ਲੋਕ ਨੇ ਇਹ ਸਰਵਾਈਵ ਜਿਹੜੇ ਆ ਉਹ ਨਹੀਂ ਕਰ ਪਾਉਂਦੇ। ਪਠਾਨਕੋਟ ਤੋਂ ਕੈਮਰਾਮੈਨ ਅਨਮੋਲ ਦੇ ਨਾਲ ਗੁਰਪ੍ਰੀਤ ਸਿੰਘ, ਡੇਲੀ ਟਾਈਮਸ ਪੰਜਾਬੀ।